So first of all, what is congestion? Congestion means blockage in network. Congestion creates when load on network is increased than the capacity of network. Means कि congestion ਦਾ ਕੀ meaning ਹੈ कि ਜਦੋਂ ਆਪਣੀ network ਦੀ capacity ਨਾਲੋਂ load ਵੱਧ ਜਾਵੇ ਤਾਂ ਉਹਨੂੰ ਆਪਾਂ congestion ਕਹਿ ਦਿੰਦੇ ਹਾਂ। For example, suppose ਕਰ ਲਓ ਤੁਸੀਂ ਇੱਕ room ਦੇ ਵਿੱਚ 40 ਸਟੂਡੈਂਟ ਦੇ ਬੈਠਣ ਦੀ ਕਪੈਸਿਟੀ ਹੈ ਤੇ ਜੇ ਉਹਦੇ ਵਿੱਚ ਆਪਾਂ 60 ਜਾਂ 70 ਬਿਠਾ ਦਿੰਦੇ ਆ ਤੇ ਆਪਣੇ ਆਪ ਉੱਥੇ ਰਸ਼ ਕ੍ਰੀਏਟ ਹੋ ਜਾਊਗਾ, ਬਲੋਕੇਜ ਹੋ ਜੂਗੀ, ਰਸਤਾ ਨਹੀਂ ਰਹੇਗਾ ਲੰਘਣ ਦਾ ਇੱਧਰ ਉੱਧਰ। ਤਾਂ ਇਹਦੇ ਨਾਲ ਕੀ ਹੈ, ਕੰਜੈਸ਼ਨ ਕੰਜੈਸ਼ਨ ਜਿਹੜੀ ਕ੍ਰੀਏਟ ਹੋ ਜੂਗੀ। ਸੇਮ ਨੈਟਵਰਕ ਦੇ ਵਿੱਚ ਹੈ ਕਿ ਜਿੰਨਾ ਨੈਟਵਰਕ ਦੀ ਕਪੈਸਿਟੀ ਆ ਉਸ ਤੋਂ ਜ਼ਿਆਦਾ ਆਪਾਂ ਉਹਦੇ ਵਿੱਚ ਪੈਕੇਟਸ ਇਨਸਰਟ ਕਰ ਦਿੰਦੇ ਆ ਤਾਂ ਉਹਦੀ ਕਪੈਸਿਟੀ ਨਾਲ ਜਿਹੜਾ ਹੈਗਾ ਲੋਡ ਜ਼ਿਆਦਾ ਹੋ ਜਾਂਦਾ, ਇਨਕਰੀਜ਼ ਹੋ ਜਾਂਦਾ ਤਾਂ ਕੰਜੈਸ਼ਨ ਕ੍ਰੀਏਟ ਹੋ ਜਾਂਦੀ ਹੈ। ਤਾਂ ਕੰਜੈਸ਼ਨ ਕੰਟਰੋਲ ਦਾ ਮਤਲਬ ਕੀ ਹੈ ਕਿ ਜਿਹੜੀਆਂ ਮਕੈਨਿਜ਼ਮ ਐਂਡ ਟੈਕਨੀਕਸ ਆਪਾਂ ਯੂਜ਼ ਕਰਨੀਆਂ ਕੰਟਰੋਲ ਕਰਨ ਲਈ ਕੰਜੈਸ਼ਨ ਨੂੰ, ਔਰ ਜਿਹੜਾ ਲੋਡ ਹੈ ਆਪਾਂ ਉਸ ਦੀ ਕਪੈਸਿਟੀ ਦੇ ਅਕੋਰਡਿੰਗਲੀ ਉਹਨਾਂ ਫਿਕਸ ਕਰਨਾ ਹੈ। ਜਿਹੜਾ ਗ੍ਰਾਫ ਹੈ ਤੁਹਾਡਾ ਕੰਜੈਸ਼ਨ ਨੂੰ ਸ਼ੋ, ਕੰਜੈਸ਼ਨ ਕੰਟਰੋਲ ਔਰ ਕੰਜੈਸ਼ਨ ਨੂੰ ਸ਼ੋ ਕਰ ਰਿਹਾ। ਇੱਕ ਸਾਈਡ 'ਤੇ ਪੈਕੇਟ ਸੈਂਟ ਦਿਖਾਏ ਹੋਏ ਆ, ਦੂਸਰੀ ਸਾਈਡ 'ਤੇ ਪੈਕੇਟ ਡਿਲੀਵਰ। ਮੈਕਸਿਮਮ ਕੈਰਿੰਗ ਕਪੈਸਿਟੀ ਸਬਨੈਟ ਦੀ ਡੋਟਡ ਲਾਈਨ ਨਾਲ ਸ਼ੋ ਹੋ ਰਹੀ ਹੈ ਗ੍ਰਾਫ ਦੇ ਵਿੱਚ। ਜੇ ਅਗਰ ਮੈਕਸਿਮਮ ਕੈਰਿੰਗ ਕਪੈਸਿਟੀ ਤੱਕ ਪੈਕੇਟਸ ਆ ਰਹੇ ਆ ਤਾਂ ਪਰਫੈਕਟ ਹੈ ਗ੍ਰਾਫ। ਅਗਰ ਉਹਦੀ ਕੈਰਿੰਗ ਕਪੈਸਿਟੀ ਤੋਂ ਜ਼ਿਆਦਾ ਪੈਕੇਟਸ ਆਉਣੇ ਸ਼ੁਰੂ ਹੋ ਜਾਂਦੇ ਆ ਤਾਂ ਜਿਹੜੀ ਸਰਕਿਟ ਦੀ ਜਿਹੜੀ ਤੁਹਾਡੀ ਡਾਇਗਰਾਮ ਹੈ ਗ੍ਰਾਫ ਦੀ ਜਿਹੜੀ ਹੈਗੀ ਹੈ ਪਰਫੋਰਮੈਂਸ ਡੀਗ੍ਰੇਡ ਹੋਣੀ ਸ਼ੁਰੂ ਹੋ ਜਾਂਦੀ ਹੈ। ਜਿੱਥੇ ਗ੍ਰਾਫ ਬੈਂਡ ਹੋ ਰਿਹਾ ਇਹਦਾ ਮਤਲਬ ਇੱਥੇ ਕੰਜੈਸ਼ਨ ਸ਼ੋ ਹੋ ਰਹੀ ਹੈ। ਕੰਜੈਸਟਡ ਲਿਖਿਆ ਹੋਇਆ ਦੇਖੋ ਇਹਨਾਂ ਨੇ। ਕੰਜੈਸਟਡ ਮੀਨਸ ਇੱਥੇ ਤੁਹਾਡੀ ਕੈਰਿੰਗ ਕਪੈਸਿਟੀ ਨਾਲੋਂ ਜ਼ਿਆਦਾ ਪੈਕੇਟਸ ਆਉਣੇ ਸ਼ੁਰੂ ਹੋ ਗਏ ਔਰ ਗ੍ਰਾਫ ਜਿਹੜਾ ਤੁਹਾਡਾ ਹੈਗਾ ਬੈਂਡ ਹੋ ਗਿਆ। ਮੀਨਸ ਕਿ ਤੁਹਾਡੇ ਗ੍ਰਾਫ ਦੀ ਪਰਫੋਰਮੈਂਸ ਕੀ ਹੈ, ਨੈਟਵਰਕ ਦੀ ਪਰਫੋਰਮੈਂਸ ਕੀ ਹੈ, ਡੀਗ੍ਰੇਡ ਹੋ ਗਈ। ਤਾਂ ਕੰਜੈਸ਼ਨ ਜਿਹੜੀ ਹੈਗੀ ਤੁਹਾਡੇ ਨੈਟਵਰਕ ਦੀ ਪਰਫੋਰਮੈਂਸ ਨੂੰ ਡੀਗ੍ਰੇਡ ਕਰ ਦਿੰਦੀ ਹੈ। ਦੈਨ ਕਾਜ਼ਜ਼ ਆਫ ਕੰਜੈਸ਼ਨ, ਕਿਉਂ ਕੰਜੈਸ਼ਨ ਕ੍ਰੀਏਟ ਹੁੰਦੀ ਹੈ। Congestion occurs when a router receives data faster than it can send. देखो अगर एकदम ਜਿਹੜਾ ਸੈਂਡਰ ਹੈਗਾ ਬੜੀ ਫਾਸਟ ਡਾਟਾ ਭੇਜ ਰਿਹਾ ਹੈ ਪਰ ਸੈਂਡਰ ਉਹਨੂੰ ਜਿਹੜਾ ਹੈਗਾ ਰਿਸੀਵਰ ਉਹਨੂੰ ਰਿਸੀਵ ਨਹੀਂ ਕਰ ਪਾ ਰਿਹਾ, ਤਾਂ ਜਦੋਂ ਰਿਸੀਵਰ ਉਹਨੂੰ ਰਿਸੀਵ ਨਹੀਂ ਕਰ ਪਾਊਗਾ ਕਿਉਂ, ਕਿਉਂਕਿ ਰਿਸੀਵਰ ਦੀ ਸਪੀਡ ਸਲੋ ਹੈ ਔਰ ਸੈਂਡਰ ਦੀ ਸਪੀਡ ਫਾਸਟ ਹੈ, ਤਾਂ ਉਹਦੇ ਨਾਲ ਜਿਹੜਾ ਹੈਗਾ ਕੰਜੈਸ਼ਨ ਕ੍ਰੀਏਟ ਹੋ ਜੂਗੀ, ਪੈਕੇਟਸ ਜਿਹੜੇ ਇਕੱਠੇ ਹੋਈ ਜਾਣਗੇ। ਇਨਸਫੀਸ਼ੀਐਂਟ ਬੈਂਡਵਿਡਥ, ਇਨਸਫੀਸ਼ੀਐਂਟ ਬੈਂਡਵਿਡਥ ਦਾ ਮਤਲਬ ਉਹੀ ਆ ਗਿਆ ਕਿ ਜਿਹੜੇ ਨੈਟਵਰਕ ਹੈ ਤੁਹਾਡੀ ਉਹਦੀ ਕੈਰਿੰਗ ਕਪੈਸਿਟੀ ਘੱਟ ਹੈ ਔਰ ਪੈਕੇਟਸ ਜ਼ਿਆਦਾ ਆ ਰਹੇ ਆ। ਸਲੋ ਹੋਸਟ, ਇਹੀ ਸੇਮ, ਸਲੋ ਹੋਸਟ ਮੀਨਸ ਡਾਟਾ ਬੜੀ ਫਾਸਟਲੀ ਆ ਰਿਹਾ ਪਰ ਤੁਹਾਡਾ ਹੋਸਟ ਜਿਹੜਾ ਹੈਗਾ ਬੜਾ ਸਲੋ ਹੈ, ਰਿਸੀਵਰ ਬੜਾ ਸਲੋ ਹੈ, ਡਾਟਾ ਰਿਸੀਵ ਨਹੀਂ ਕਰ ਪਾ ਰਿਹਾ। ਡਾਟਾ ਸਾਈਮਲਟੇਨੀਅਸਲੀ ਅਰਾਈਵਿੰਗ ਫਰੋਮ ਮਲਟੀਪਲ ਲਾਈਨਸ, ਹੁਣ ਜਿਹੜਾ ਡੈਸਟੀਨੇਸ਼ਨ ਸੇਮ ਹੈ ਪਰ ਇਨਪੁਟ ਜਿਹੜੀ ਆ ਰਹੀ ਹੈ ਨੈਟਵਰਕ ਤੋਂ ਪੈਕੇਟਸ ਜਿਹੜੇ ਆ ਰਹੇ ਆ ਬਹੁਤ ਸਾਰੀਆਂ ਲਾਈਨਸ ਤੋਂ ਆ ਰਹੇ ਆ। 4 ਲਾਈਨਸ ਤੋਂ ਪੈਕੇਟ ਆ ਰਿਹਾ, ਮੰਨ ਲਓ ਸਪੋਜ਼ 4 ਲਾਈਨਸ ਤੋਂ ਪੈਕੇਟਸ ਆ ਰਹੇ ਆ ਬਟ ਰਿਸੀਵਿੰਗ ਲਾਈਨ ਜਿਹੜੀ ਆ ਓਨਲੀ 1 ਹੈ, ਆਊਟਪੁੱਟ ਲਾਈਨ ਸਿਰਫ 1 ਹੈ। ਤਾਂ ਨੰਬਰ ਆਫ ਲਾਈਨਸ ਤੋਂ ਡਾਟਾ ਆ ਰਿਹਾ ਪਰ ਰਿਸੀਵਿੰਗ ਲਾਈਨ ਓਨਲੀ 1 ਹੈ। ਇਸ ਕਰਕੇ ਕੀ ਹੈ, ਇੱਕ ਲਾਈਨ ਤੋਂ ਇੱਕ ਲਾਈਨ ਉਹਨੇ ਪੈਕੇਟਸ ਜਿਹੜੇ ਅਸੈਪਟ ਨਹੀਂ ਕਰ ਪਾਊਗੀ ਕਿਉਂਕਿ 4 ਲਾਈਨਸ ਤੋਂ ਡਾਟਾ ਆ ਰਿਹਾ। ਦ ਸਿਸਟਮ ਇਜ਼ ਨਾਟ ਬੈਲੈਂਸਡ, ਬੈਲੈਂਸ ਦਾ ਮਤਲਬ ਕੀ ਹੈ ਕਿ ਇੱਕ ਰਾਊਟਰ ਤੋਂ ਤਾਂ ਆਪਾਂ ਬਹੁਤ ਸਾਰੇ ਪੈਕੇਟਸ ਭੇਜੀ ਜਾ ਰਹੇ ਹਾਂ ਤਾਂ ਰਸ਼ ਉੱਧਰ ਕ੍ਰੀਏਟ ਹੋ ਰਹੀ ਹੈ, ਦੂਜਾ ਰਾਊਟਰ ਜਿਹੜਾ ਫ੍ਰੀ ਪਿਆ। ਜਿਵੇਂ ਇਹਨਾਂ ਨੇ ਲਿਖਿਆ ਕਰੈਕਟਿੰਗ ਦਾ ਪ੍ਰੋਬਲਮ ਐਟ ਵਨ ਰਾਊਟਰ ਵਿਲ ਪ੍ਰੋਬੇਬਲੀ ਜਸਟ ਮੂਵ ਦਾ ਬੋਟਲਨੈਕ ਟੂ ਅਨਦਰ ਰਾਊਟਰ। ਇੱਕ ਰਾਊਟਰ ਦੀ ਪ੍ਰੋਬਲਮ ਨੂੰ ਸੋਲਵ ਕਰਨ ਲਈ ਆਪਾਂ ਦੂਸਰੀ ਸਾਈਡ ਸਾਰੇ ਪੈਕੇਟ ਭੇਜਦੇ ਤਾਂ ਦੂਸਰੀ ਸਾਈਡ ਪੈਕੇਟ ਭੇਜਣ ਨਾਲ ਉੱਥੇ ਰਸ਼ ਕ੍ਰੀਏਟ ਹੋ ਜਾਊਗਾ, ਤਾਂ ਜਦੋਂ ਉੱਧਰ ਰਸ਼ ਕ੍ਰੀਏਟ ਹੋ ਜਾਊਗਾ ਤਾਂ ਆਪਣੇ ਆਪ ਕੰਜੈਸ਼ਨ ਜਿਹੜੀ ਹੈਗੀ ਫਿਰ ਕ੍ਰੀਏਟ ਹੋ ਜੂਗੀ। ਤਾਂ ਸਿਸਟਮ ਜਿਹੜਾ ਬੈਲੈਂਸ ਹੋਣਾ ਚਾਹੀਦਾ ਹੈ, ਸਾਰੀ ਸਾਈਡ 'ਤੇ ਇੱਕੋ ਜਿੰਨੇ ਪੈਕੇਟਸ ਜਾਣੇ ਚਾਹੀਦੇ। ਇੱਦਾਂ ਨਹੀਂ ਕਿ ਇੱਕ ਸਾਈਡ 'ਤੇ ਬਹੁਤ ਜ਼ਿਆਦਾ ਪੈਕੇਟਸ ਜਾ ਰਹੇ ਆ, ਰਸ਼ ਕ੍ਰੀਏਟ ਹੋ ਰਿਹਾ, ਦੂਸਰੀ ਸਾਈਡ ਫ੍ਰੀ ਰਹਿ ਰਹੀ ਹੈ। ਕੰਜੈਸ਼ਨ ਕੰਟਰੋਲ ਵਰਸਸ ਫਲੋ ਕੰਟਰੋਲ, ਐਕਚੁਅਲੀ ਜਿਹੜੀ ਕੰਜੈਸ਼ਨ ਹੈ ਉਹ ਫਲੋ ਦੇ ਨਾਲ ਹੀ ਜੁੜੀ ਹੋਈ ਆ। ਅਗਰ ਤੁਹਾਡਾ ਫਲੋ ਸਹੀ ਹੈ ਨੈਟਵਰਕ 'ਤੇ ਤਾਂ ਇਟ ਮੀਨਸ ਕੰਜੈਸ਼ਨ ਨਹੀਂ ਕ੍ਰੀਏਟ ਹੋਊਗੀ। ਫਲੋ ਮੀਨਸ ਅਗਰ ਜਿਹੜਾ ਤੁਹਾਡਾ ਸੈਂਡਰ ਹੈ ਉਹ ਫਾਸਟ ਹੈ ਤੇ ਰਿਸੀਵਰ ਸਲੋ ਹੈ ਤਾਂ ਫਲੋ ਕੰਟਰੋਲ ਸਹੀ ਨਹੀਂ ਹੈ। ਇਹਦਾ ਮਤਲਬ ਫਲੋ ਕੰਟਰੋਲ ਮੀਨਸ ਡਾਟਾ ਇੱਕੋ ਰੇਟ ਦੇ ਵਿੱਚ ਜਾਣਾ ਚਾਹੀਦਾ ਹੈ। ਜੇ ਸੈਂਡਰ ਜਿੰਨੀ ਸਪੀਡ ਹੈ ਉਨੀ ਰਿਸੀਵਰ ਦੀ ਸਪੀਡ ਹੋਣੀ ਚਾਹੀਦੀ ਹੈ ਤਾਂ ਕੰਜੈਸ਼ਨ ਜਿਹੜੀ ਹੈਗੀ ਹੈ ਕ੍ਰੀਏਟ ਨਹੀਂ ਹੋਊਗੀ। ਦੈਨ ਕੰਜੈਸ਼ਨ ਕੰਟਰੋਲ ਦੇ ਲਈ ਬਹੁਤ ਸਾਰੇ ਆਪਾਂ ਐਲਗੋਰਿਦਮ ਯੂਜ਼ ਕਰਦੇ ਹਾਂ, ਬਹੁਤ ਸਾਰੇ ਮਕੈਨਿਜ਼ਮ ਯੂਜ਼ ਕਰਦੇ ਹਾਂ ਇਹਨੂੰ ਪ੍ਰੀਵੈਂਟ ਕਰਨ ਲਈ ਕੰਜੈਸ਼ਨ ਨੂੰ ਜਾਂ ਰਿਮੂਵ ਕਰਨ ਲਈ। ਤਾਂ ਨੰਬਰ ਆਫ ਟੈਕਨੀਕਸ ਹੈਗੀਆਂ ਜੋ ਪ੍ਰੀਵੈਂਟ ਕਰਦੀਆਂ ਕੰਜੈਸ਼ਨ ਨੂੰ ਜਾਂ ਫਿਰ ਰਿਮੂਵ ਕਰਦੀਆਂ ਕੰਜੈਸ਼ਨ ਨੂੰ। ਤੇ ਇਹ ਆਪਾਂ ਕੰਜੈਸ਼ਨ ਕੰਟਰੋਲ ਦੇ ਮੈਕੈਨਿਜ਼ਮ ਨੂੰ 2 ਬ੍ਰੌਡ ਕੈਟੇਗਰੀਜ਼ ਵਿੱਚ ਡਿਵਾਈਡ ਕਰਦੇ ਹਾਂ, ਓਪਨ ਲੂਪ ਕੰਜੈਸ਼ਨ ਕੰਟਰੋਲ ਤੇ ਕਲੋਜ਼ ਲੂਪ ਕੰਜੈਸ਼ਨ ਕੰਟਰੋਲ। ਓਪਨ ਲੂਪ ਦੇ ਵਿੱਚ ਆਪਾਂ ਕੀ ਕਰਦੇ ਹਾਂ, ਕੰਜੈਸ਼ਨ ਨੂੰ ਪ੍ਰੀਵੈਂਟ ਕਰਦੇ ਹਾਂ
ਔਰ ਜਿਹੜੀ ਕਲੋਜ਼ ਲੂਪ ਕੰਜੈਸ਼ਨ ਹੈ ਉਸ ਦੇ ਵਿੱਚ ਆਪਾਂ ਇਹਨੂੰ ਰਿਮੂਵ ਕਰਦੇ ਹਾਂ ਕੰਜੈਸ਼ਨ। ਦੈਨ ਜਿਹੜੇ ਵੀ ਤੁਹਾਨੂੰ ਨੰਬਰ ਆਫ ਇਹਦੇ ਕੰਜੈਸ਼ਨ ਕੰਟਰੋਲ ਦੇ ਮੈਕੈਨਿਜ਼ਮ ਹੁੰਦੇ ਆ, ਕੰਟਰੋਲ ਕਰਨ ਲਈ ਬਹੁਤ ਸਾਰੇ ਐਲਗੋਰਿਦਮ ਹੁੰਦੇ ਆ। ਮੇਨ ਤੁਹਾਡੇ ਸਿਲੇਬਸ ਦੇ ਵਿੱਚ ਟ੍ਰੈਫਿਕ ਸ਼ੇਪਿੰਗ ਹੈਗਾ। ਟ੍ਰੈਫਿਕ ਸ਼ੇਪਿੰਗ ਮੀਨਸ ਤੁਸੀਂ ਕੰਜੈਸ਼ਨ ਕੰਟਰੋਲ ਕਰਨ ਲਈ ਟ੍ਰੈਫਿਕ ਨੂੰ ਸ਼ੇਪ ਦੇਣੀ ਹੈ। ਜਦੋਂ ਵੀ ਉਹ ਐਂਟਰ ਕਰਨਾ ਨੈਟਵਰਕ ਦੇ ਵਿੱਚ, ਉਸ ਤੋਂ ਪਹਿਲਾਂ ਆਪਾਂ ਉਹਨੂੰ ਇੱਕ ਸ਼ੇਪ ਦੇਣੀ ਹੈ। ਸ਼ੇਪ ਦਾ ਦੇਣ ਦਾ ਮਤਲਬ ਹੈ ਕਿ ਉਹਨੂੰ ਕੌਨਸਟੈਂਟ ਰੇਟ 'ਤੇ ਭੇਜਣਾ, ਤੁਸੀਂ ਉਹਦਾ ਇੱਕ ਰੇਟ ਕੰਟਰੋਲ ਕਰਨਾ ਹੈ। ਉਹ ਜਦੋਂ ਰੇਟ ਕੌਨਸਟੈਂਟ ਹੋ ਜਾਊਗਾ ਤਾਂ ਆਪਣੇ ਆਪ ਕੰਜੈਸ਼ਨ ਕੰਟਰੋਲ ਹੀ ਨਹੀਂ ਹੋਊਗੀ। ਜਿਹੜਾ ਇਹ ਮੈਥਡ ਹੈ ਯੂਜ਼ ਕੀਤਾ ਜਾਂਦਾ ਤੁਹਾਡਾ ATM ਦੇ ਵਿੱਚ ਐਂਡ ਇੰਟੈਗਰੇਟਿਡ ਸਰਵਿਸ ਨੈਟਵਰਕ ਦੇ ਵਿੱਚ। ਦੋ ਤੁਹਾਡੇ ਟ੍ਰੈਫਿਕ ਸ਼ੇਪਿੰਗ ਐਲਗੋਰਿਦਮ ਨੇ। ਟੂ ਟ੍ਰੈਫਿਕ ਸ਼ੇਪਿੰਗ ਐਲਗੋਰਿਦਮਸ ਆਰ ਲੀਕੀ ਬਕਟ ਐਂਡ ਟੋਕਨ ਬਕਟਸ। ਫਸਟ ਹੈਗਾ ਜਿਹੜਾ ਦਾ ਲੀਕੀ ਬਕਟ। ਲੀਕੀ ਬਕਟ ਡਾਇਗਰਾਮਸ ਦੇਖੋ। ਲੀਕੀ ਬਕਟ ਦੇ ਵਿੱਚ ਕੀ ਹੈ, ਆਹ ਤੁਹਾਡੀ ਡਾਇਗਰਾਮ ਸ਼ੋ ਹੋ ਰਹੀ ਹੈ ਉੱਪਰ। ਜਿਹੜਾ ਹੈਗਾ ਲੀਕੀ ਬਕਟ ਵਿਦ ਵਾਟਰ, ਜਿਵੇਂ ਕਿ ਟੈਪ ਤੋਂ ਵਾਟਰ ਆ ਰਿਹਾ, ਤਾਂ ਟੈਪ ਤੋਂ ਜਿਹੜਾ ਵਾਟਰ ਹੈ ਭਾਵੇਂ ਕਿੰਨੇ ਮਰਜ਼ੀ ਫਲੋ ਨਾਲ ਆਵੇ, ਬੜੀ ਫਾਸਟ ਵੀ ਆ ਸਕਦਾ, ਸਲੋ ਵੀ ਆ ਸਕਦਾ, ਜਿੱਦਾਂ ਮਰਜ਼ੀ ਆ ਜੇ, ਵਾਟਰ ਜਿਹੜਾ ਹੈਗਾ ਬਕਟ ਦੇ ਵਿੱਚ ਕਲੈਕਟ ਹੋ ਰਿਹਾ। ਪਰ ਜਿਹੜਾ ਵਾਟਰ ਦਾ ਡ੍ਰੌਪ ਆਊਟ ਰੇਟ ਹੈ, ਨੀਚੇ ਜਾ ਰਿਹਾ, ਤਾਂ ਉਹ ਇੱਕ ਕੌਨਸਟੈਂਟ ਰੇਟ 'ਤੇ ਜਾ ਰਿਹਾ। ਉਹਦਾ ਜਿਹੜਾ ਹੋਲ ਹੈ ਉਹ ਉਹਨੂੰ ਕੌਨਸਟੈਂਟ ਰੇਟ 'ਤੇ ਨੀਚੇ ਭੇਜ ਰਿਹਾ। ਇਹੀ ਸੇਮ ਚੀਜ਼ ਅਪਲਾਈ ਹੁੰਦੀ ਹੈ ਨੈਟਵਰਕ ਦੇ ਵਿੱਚ। ਹੋਸਟ ਕੰਪਿਊਟਰ ਦੇਖੋ, ਹੋਸਟ ਕੰਪਿਊਟਰ ਤੋਂ ਜਿਹੜੇ ਪੈਕਟਸ ਆ ਰਹੇ ਆ ਉਹਦੇ 'ਤੇ ਲਿਖਿਆ ਅਨਰੈਗੂਲੇਟਿਡ ਫਲੋ। ਮੀਨਸ ਕਿ ਹੋਸਟ ਤੋਂ ਕੰਪਿਊਟਰ ਭਾਵੇਂ ਕਿਸੇ ਮਰਜ਼ੀ ਫਲੋ ਦੇ ਵਿੱਚ ਆਈ ਜਾਣ, ਅਨਰੈਗੂਲੇਟਿਡ ਫਲੋ ਹੈ। ਪਰ ਜਿਹੜਾ ਹੈਗਾ ਆਊਟਪੁੱਟ ਕਿਵੇਂ ਆਊਗੀ, ਉਹਨੇ ਬਕਟ ਦੇ ਵਿੱਚੋਂ ਮੂਵ ਹੋ ਕੇ ਆਉਣਾ ਹੈ। ਬਕਟ ਦੇ ਨੇ ਕੀ ਕਰਨਾ ਹੈ, ਹੋਲਡ ਕਰ ਲੈਣੇ ਪੈਕਟਸ ਪਹਿਲਾਂ, ਔਰ ਹੋਲਡ ਕਰਨ ਤੋਂ ਬਾਅਦ ਉਹਨੂੰ ਇੱਕ ਰੈਗੂਲੇਟਿਡ ਫਲੋ ਦੇ ਵਿੱਚ ਭੇਜਣਾ, ਇੱਕ ਕੌਨਸਟੈਂਟ ਰੇਟ ਦੇ ਵਿੱਚ ਭੇਜਣਾ। ਜਦੋਂ ਕੌਨਸਟੈਂਟ ਰੇਟ ਦੇ ਵਿੱਚ ਭੇਜੂਗਾ ਤਾਂ ਇਹਦੇ ਵਿੱਚ ਜਿਹੜਾ ਹੈਗਾ ਫਾਸਟ ਸੈਂਡਰ ਜਾਂ ਸਲੋ ਰਿਸੀਵਰ ਦੀ ਕੋਈ ਪ੍ਰੋਬਲਮ ਨਹੀਂ ਰਹੂਗੀ। ਤਾਂ ਕੀ ਹੈ, ਉਸ ਬਕਟ ਨੇ ਉਸ ਚੀਜ਼ ਨੂੰ ਕੰਟਰੋਲ ਕਰ ਲੈਣਾ ਅਤੇ ਉਸ ਬਕਟ ਨੇ ਉਹਨੂੰ ਇੱਕ ਰੈਗੂਲੇਟਿਡ ਫਲੋ ਦੇ ਵਿੱਚ ਜਿਹੜਾ ਹੈਗਾ ਆਊਟਪੁੱਟ ਦੇਣੀ ਹੈ, ਅਤੇ ਉਹਦੇ ਨਾਲ ਕੰਜੈਸ਼ਨ ਜਿਹੜੀ ਹੈਗੀ ਹੈ ਕ੍ਰੀਏਟ ਹੀ ਨਹੀਂ ਹੋਊਗੀ, ਔਰ ਕੰਜੈਸ਼ਨ ਦੀ ਪ੍ਰੋਬਲਮ ਜਿਹੜੀ ਹੈ ਸੋਲਵ ਹੋ ਜੂਗੀ। ਦੇਖੋ ਲੀਕੀ ਬਕਟ ਦੇ ਵਿੱਚ ਕੀ ਹੈ, ਲੀਕੀ ਬਕਟ ਐਨਫੋਰਸਿਸ ਇੱਕ ਕੌਨਸਟੈਂਟ ਆਊਟਪੁੱਟ ਰੇਟ, ਇੱਕ ਐਵਰੇਜ ਰੇਟ ਦੇ ਵਿੱਚ ਜਿਹੜਾ ਹੈਗਾ ਡਾਟਾ ਜਾ ਰਿਹਾ। ਹੋਸਟ ਇੰਜੈਕਟਸ 1 ਪੈਕਟ ਪਰ ਕਲੌਕ ਟਿਕ। ਇੱਕ ਕਲੌਕ, ਜਿਵੇਂ ਆਪਣੀ ਕਲੌਕ ਘੜੀ ਚੱਲਦੀ ਆ, ਇੱਕ ਸੈਕਿੰਡ ਤੋਂ ਬਾਅਦ ਟਾਈਮ ਜਿਹੜਾ ਇਨਕਰੀਜ਼ ਹੁੰਦਾ, ਐਵੇਂ ਹੀ ਹੋਸਟ ਨੇ ਕੀ ਕਰਨਾ, ਇੱਕ ਕਲੌਕ ਟਿਕ ਤੋਂ ਬਾਅਦ ਇੱਕ ਪੈਕਟ ਜਿਹੜਾ ਇਨਸਰਟ ਕਰੀ ਜਾਣਾ ਨੈਟਵਰਕ ਦੇ ਵਿੱਚ। ਦਿਸ ਰਿਜ਼ਲਟ ਨੇ ਇਹਦੇ ਨਾਲ ਕੀ ਹੈ, ਯੂਨੀਫਾਰਮ ਫਲੋ ਹੋ ਜਾਊਗਾ ਪੈਕਟਸ ਦਾ, ਔਰ ਜਿਹੜੀ ਤੁਹਾਡੀ ਜਿਹੜੀ ਕੰਜੈਸ਼ਨ ਹੈ ਰਿਡਿਊਸ ਹੋ ਜੂਗੀ। ਅਗਰ ਤਾਂ ਪੈਕਟ ਸੇਮ ਸਾਈਜ਼ ਦੇ ਹੋਣਗੇ ਤਾਂ ਇੱਕ ਪੈਕਟ ਪਰ ਟਿਕ ਆ ਜਾਊਗਾ। ਪਰ ਅਗਰ ਪੈਕਟ ਸੇਮ ਸਾਈਜ਼ ਦੇ ਨਹੀਂ ਹੈ, ਇੱਕ ਪੈਕਟ ਮੰਨ ਲਓ ਤੁਹਾਡਾ 512 ਬਾਈਟਸ ਦਾ ਹੈ, ਕੋਈ 1024 ਬਾਈਟਸ ਹੈ, ਕੋਈ 256 ਦਾ ਹੈ, ਤਾਂ ਆਪਾਂ ਵੇਰੀਏਬਲ ਲੈਂਥ ਵਿੱਚ ਕੀ ਕਰਦੇ ਹਾਂ, ਇੱਕ ਨੰਬਰ ਆਫ ਬਾਈਟਸ ਫਿਕਸ ਕਰ ਲੈਂਦੇ ਹਾਂ ਕਿ ਇੰਨੀਆਂ ਨੰਬਰ ਆਫ ਬਾਈਟਸ ਹੀ ਇੱਕ ਕਲੌਕ ਟਿਕ ਤੋਂ ਬਾਅਦ ਜਾਣੀ ਹੈ। ਜਿਵੇਂ ਕਿ ਫੋਰ ਐਗਜ਼ਾਮਪਲ ਇਹਨਾਂ ਨੇ ਕੀ ਕੀਤਾ, 1024 ਬਾਈਟਸ ਪਰ ਟਿਕ ਵਿਲ ਅਲਾਉ, ਤਾਂ ਇੱਕ ਮਤਲਬ ਕਿ ਇੱਕ ਟਿਕ ਦੇ ਵਿੱਚ, ਇੱਕ ਕਲੌਕ ਟਿਕ ਤੋਂ ਬਾਅਦ ਇਦੋਂ ਵੱਧ ਬਾਈਟਸ ਨਹੀਂ ਜਾ ਸਕਦੀਆਂ। ਤਾਂ ਉਹਦੇ ਨਾਲ ਕੀ ਇੱਕ ਕੌਨਸਟੈਂਟ ਫਲੋ ਬਣ ਜੂਗਾ, ਇੱਕ ਕੌਨਸਟੈਂਟ ਰੇਟ ਬਣ ਜੂਗਾ। ਦੇਖੋ ਇਹਨਾਂ ਨੇ ਡਾਇਗਰਾਮ ਦੇ ਵਿੱਚ ਲਿਖਿਆ ਹੋਇਆ ਬਸਟੀ ਫਲੋ, ਮੀਨਸ ਕਿ ਫਲੋ ਬੜੀ ਤੇਜ਼ੀ ਨਾਲ ਆ ਰਿਹਾ, ਪਰ ਲੀਕੀ ਬਕਟ ਉਹਨੂੰ ਫਿਕਸ ਫਲੋ ਕਰਤਾ। ਉਹੀ ਸੇਮ ਡਾਇਗਰਾਮ ਜਿਹੜੀ ਹੈਗੀ ਆ, ਆਪਾਂ ਡਾਇਗਰਾਮ ਇਹਦੇ ਵਿੱਚ ਜਿਹੜੀ ਹੈਗੀ ਆ ਗ੍ਰਾਫ ਦੇ ਵਿੱਚ ਸ਼ੋ ਕੀਤਾ ਹੋਇਆ। ਬਸਟੀ ਡਾਟਾ ਪਹਿਲਾਂ 12 Mbps ਦੀ ਰੇਟ ਦੇ ਨਾਲ ਡਾਟਾ ਆ ਰਿਹਾ, ਫਿਰ 2 Mbps ਦੇ ਵਿੱਚ, ਪਰ ਆਪਾਂ ਫਿਕਸ ਰੇਟ ਕਰਤਾ। ਮੀਨਸ ਕਿ ਸਾਰੇ ਨੈਟਵਰਕ ਦਾ ਰੇਟ ਜਿਹੜਾ ਹੈਗਾ, ਟ੍ਰੈਫਿਕ ਹੈ, ਸਾਰੇ ਨੈਟਵਰਕ ਦਾ ਜਿਹੜਾ ਹੈਗਾ ਡਾਟਾ, ਉਹਨੂੰ ਆਪਾਂ ਇੱਕ ਫਿਕਸ ਸ਼ੇਪ ਦੇਤੀ, ਮਤਲਬ ਕਿ 3 Mbps ਦੀ ਸਪੀਡ ਨਾਲ ਜਿਹੜਾ ਹੈਗਾ ਡਾਟਾ ਜਾ ਰਿਹਾ। ਤਾਂ ਇਹਦੇ ਨਾਲ ਕੀ ਹੈ, ਤੁਹਾਡੀ ਕੰਜੈਸ਼ਨ ਕੰਟਰੋਲ ਹੋ ਜੂਗੀ। ਸੈਕਿੰਡ ਮੈਥਡ ਜਿਹੜਾ ਤੁਹਾਡਾ ਹੈਗਾ ਟ੍ਰੈਫਿਕ ਸ਼ੇਪਿੰਗ ਦਾ, ਟੋਕਨ ਬਕਟ ਜਿਹਨੂੰ ਕਹਿੰਦੇ ਆ। ਲੀਕੀ ਬਕਟ ਤੋਂ ਬਾਅਦ ਆਪਾਂ ਕਰ ਰਹੇ ਹਾਂ ਟੋਕਨ ਬਕਟ ਐਲਗੋਰਿਦਮ। ਇਹਦੇ ਵਿੱਚ ਕੀ ਹੈ, ਆਊਟਪੁੱਟ ਰੇਟ ਜਿਹੜਾ ਵੇਰੀ ਕਰ ਸਕਦਾ ਸਾਈਜ਼ ਆਫ ਬਸ ਦੇ ਉੱਪਰ। ਟੋਕਨ ਬਕਟ ਦੇਖੋ ਡਾਇਗਰਾਮ ਤੋਂ ਆਪਾਂ ਦੇਖ ਲੈਂਦੇ ਹਾਂ। ਟੋਕਨ ਬਕਟ ਦੇ ਵਿੱਚ ਕੀ ਹੈ, ਹੋਸਟ ਕੰਪਿਊਟਰ ਨੈਟਵਰਕ ਦੇ ਵਿੱਚ ਕੀ ਹੈ, ਹੋਸਟ ਕੰਪਿਊਟਰ ਨੇ ਜਿਹੜੇ ਹੈਗੇ ਆ ਭੇਜਣੇ ਸ਼ੁਰੂ ਕਰਤੇ ਪੈਕਟਸ, ਪਰ ਪੈਕਟ ਜਿਹੜੇ ਹੈਗੇ ਆ ਇਸ ਬਕਟ ਨੇ ਹੋਲਡ ਕਰ ਲਏ, ਪਰ ਜਿਹੜੇ ਪੈਕਟਸ ਹੈ ਆਊਟਪੁੱਟ ਜਦੋਂ ਆਉਣੀ ਹੈ ਬਿਨਾਂ ਟੋਕਨ ਤੋਂ ਨਹੀਂ ਆ ਸਕਦੇ। ਜਿਸ ਪੈਕਟ ਨੂੰ ਟੋਕਨ ਮਿਲੂਗਾ ਉਹੀ ਪੈਕਟ ਜਿਹੜਾ ਹੈਗਾ ਬਾਹਰ ਆਊਗਾ ਨੈਟਵਰਕ ਤੋਂ। ਜਿੱਦਾਂ ਕਿ ਆ ਜਿਹੜੀ ਬਕਟ ਹੈ ਇਹਨੇ ਟੋਕਨ ਹੋਲਡ ਕੀਤੇ ਹੋਏ ਆ, ਇੱਕ ਜਿਹੜਾ ਟੋਕਨ ਜਨਰੇਟ ਹੋਈ ਜਾਊਗਾ ਐਵਰੀ ਡੈਲਟਾ ਟੀ ਸੈਕਿੰਡ। ਡੈਲਟਾ ਟੀ ਸੈਕਿੰਡ ਤੋਂ ਬਾਅਦ ਕੀ ਹੈ, ਇੱਕ ਟੋਕਨ ਜਨਰੇਟ ਹੋਈ ਜਾਊਗਾ। ਜਿੰਨੇ ਵੀ ਨੰਬਰ ਆਫ ਪੈਕਟਸ ਹੈ ਉਹਦੇ ਅਕੋਰਡਿੰਗਲੀ ਜਿਹੜੇ ਹੈਗੇ ਟੋਕਨਸ ਜਨਰੇਟ ਹੋਈ ਜਾਣਗੇ। ਜਦੋਂ ਪੈਕਟ ਨੇ ਬਾਹਰ ਆਉਣਾ ਤਾਂ ਜਦੋਂ ਉਹਨੂੰ ਟੋਕਨ ਮਿਲੂਗਾ ਉਦੋਂ ਹੀ ਉਹ ਬਾਹਰ ਆਊਗਾ। ਇੱਕ ਟੋਕਨ ਹੋਲਡ ਕਰੀ ਜਾਊਗਾ ਪੈਕਟ, ਔਰ ਜਿਹੜਾ ਹੈ ਕਿ ਕੌਨਸਟੈਂਟ ਰੇਟ ਦੇ ਉੱਪਰ ਜਿਹੜਾ ਹੈਗਾ
ਤੁਹਾਡੇ ਜਿਹੜੇ ਹੈਗੇ ਆ ਆਊਟਪੁੱਟ ਰਿਸੀਵ ਹੋ ਜਾਊਗੀ। ਜਿਵੇਂ ਆ ਡਾਇਗਰਾਮ ਤੁਹਾਡੀ ਹੈਗੀ ਦੇਖਿਓ 1 ਟੋਕਨ ਐਡਡ ਪਰ ਟਿਕ, ਉਵੇਂ ਹੀ ਸੇਮ ਕਲੌਕ ਟਿਕ ਦੇ ਵਿੱਚ ਉਹਦੇ 'ਚ ਨੰਬਰ ਆਫ ਬਾਈਟਸ ਜਾਂਦੀਆਂ ਸੀ, ਇਹਦੇ 'ਚ ਕੀ ਹੈ 1 ਇੱਕ ਟੋਕਨ ਐਡ ਹੋਈ ਜਾਂਦਾ ਤੁਹਾਡੇ ਹਰ ਕਲੌਕ ਟਿਕ ਤੋਂ ਬਾਅਦ। 1 ਟੋਕਨ ਰਿਮੂਵਡ, ਇੱਕ ਟੋਕਨ ਰਿਮੂਵ ਹੋ ਐਂਡ ਡਿਸਕਾਰਡ ਪਰ ਸੈਲ ਟਰਾਂਸਮਿਟਡ। ਜਿਵੇਂ ਜਿਵੇਂ ਤੁਹਾਡਾ ਇੱਕ ਸੈਲ ਟਰਾਂਸਮਿਟ ਹੋਈ ਜਾਂਦਾ, ਇੱਕ ਪੈਕਟ ਟਰਾਂਸਮਿਟ ਹੋਈ ਜਾਂਦਾ, ਤੇ ਉਵੇਂ ਉਵੇਂ ਟੋਕਨ ਵੀ ਨਾਲ ਉਹਦੇ ਨਾਲ ਰਿਮੂਵ ਹੋਈ ਜਾਂਦਾ। ਉਹਨੇ ਨੰਬਰ ਆਫ ਟੋਕਨਸ ਹੋਰ ਜਨਰੇਟ ਹੋਈ ਜਾਣਗੇ ਜਿੰਨੇ ਨੰਬਰ ਆਫ ਪੈਕਟਸ ਆਈ ਜਾਣਗੇ, ਤੇ ਉਹਦੇ ਅਕੋਰਡਿੰਗਲੀ ਕੀ ਹੈ ਕੌਨਸਟੈਂਟ ਰੇਟ ਜਿਹੜਾ ਕੌਨਸਟੈਂਟ ਫਲੋ ਬਣ ਜਾਊਗਾ। ਆ ਟ੍ਰੈਫਿਕ ਸ਼ੇਪਰ ਹੈ ਟੋਕਨ ਬਕਟ ਦਾ। ਦੇਖੋ ਇਨਕਮਿੰਗ ਟ੍ਰੈਫਿਕ ਦਾ ਕੋਈ ਫਲੋ ਨਹੀਂ ਹੈ, ਇਨਕਮਿੰਗ ਟ੍ਰੈਫਿਕ ਦਾ ਕੋਈ ਸ਼ੇਪ ਨਹੀਂ ਹੈ, ਕਿਸੇ ਮਰਜ਼ੀ ਸ਼ੇਪ ਨਾਲ ਜਿਹੜੇ ਹੈਗੇ ਪੈਕਟਸ ਆ ਰਹੇ ਆ, ਪਰ ਜਦੋਂ ਪੈਕਟ ਟ੍ਰੈਫਿਕ ਸ਼ੇਪਰ ਦੇ ਅੰਦਰ ਚਲੇ ਗਏ ਤਾਂ ਇਸ ਇੱਕ ਸਾਈਜ਼ ਦਾ ਇਹਦਾ ਕ੍ਰੀਏਟ ਹੋ ਗਿਆ, ਨਾਲ ਟੋਕਨ ਜਨਰੇਟ ਹੋਈ ਜਾਣਗੇ, ਸਰਵਰ 'ਤੇ ਕੀ ਹੈ ਸ਼ੇਪਡ ਟ੍ਰੈਫਿਕ ਤੁਹਾਨੂੰ ਮਿਲਿਆ। ਮੀਨਸ ਕਿ ਟ੍ਰੈਫਿਕ ਦੀ ਇੱਕ ਸ਼ੇਪ ਬਣ ਗਈ, ਇੱਕ ਪ੍ਰੋਪਰ ਜਿਹੜੇ ਹੈਗੇ ਫਲੋ ਦੇ ਨਾਲ ਜਿਹੜੇ ਪੈਕਟਸ ਹੈਗੇ ਆ ਬਾਹਰ ਆ ਰਹੇ ਆ। ਹੁਣ ਡਿਫਰੈਂਸ ਕੀ ਹੈ ਲੀਕੀ ਬਕਟ ਤੇ ਟੋਕਨ ਬਕਟ ਦੇ ਵਿੱਚ? ਜਿਹੜਾ ਲੀਕੀ ਬਕਟ ਹੈ ਇਹ ਪੈਕਟਸ ਨੂੰ ਡਿਸਕਾਰਡ ਕਰ ਦਿੰਦਾ ਹੈ, ਪਰ ਜਿਹੜਾ ਟੋਕਨ ਬਕਟ ਹੈ ਪੈਕਟਸ ਨੂੰ ਡਿਸਕਾਰਡ ਨਹੀਂ ਕਰਦਾ, ਜਿਹੜੇ ਐਕਸਟਰਾ ਆ ਜਾਂਦੇ ਆ, ਜਦਕਿ ਟੋਕਨਸ ਨੂੰ ਡਿਸਕਾਰਡ ਕਰਦਾ ਹੈ। ਜਿਹੜਾ ਟੋਕਨ ਬਕਟ ਹੈ ਇਹਦੇ 'ਚ ਪੈਕਟਸ ਜਿਹੜੇ ਹੈਗੇ ਟਰਾਂਸਮਿਟ ਹੁੰਦੇ ਆ ਇਫ ਦੇਅਰ ਆਰ ਇਨਫ ਟੋਕਨਸ। ਅਗਰ ਤੁਹਾਡੇ ਕੋਲ ਟੋਕਨਸ ਹੈ ਤਾਂ ਹੀ ਪੈਕਟਸ ਟਰਾਂਸਫਰ ਹੋਣਗੇ, ਨਹੀਂ ਤਾਂ ਕੀ ਹੈ ਉੱਥੇ ਕੀ ਹੈ ਸੇਵ ਹੋਈ ਜਾਂਦੇ ਆ। ਲੀਕੀ ਬਕਟ ਸੈਂਡ ਪੈਕਟਸ ਐਵਰੇਜ ਰੇਟ, ਪਰ ਟੋਕਨ ਬਕਟ ਕੀ ਕਰਦਾ ਲਾਰਜ ਬਸਟ ਟੂ ਬੀ ਸੈਂਡ ਫਾਸਟਰ ਬਾਈ ਸਪੀਡਿੰਗ ਅਪ ਆਊਟਪੁੱਟ। ਇਹਦੀ ਜਿਹੜੀ ਹੈਗੀ ਆਊਟਪੁੱਟ ਜਿਹੜੀ ਸਪੀਡਲੀ ਭੇਜ ਕੇ ਵੀ ਇਹ ਸੈਂਡ ਕਰ ਦਿੰਦਾ, ਉਹਦੇ ਨਾਲ ਕੀ ਹੈ ਕਈ ਵਾਰ ਤੁਹਾਡੇ ਕੁਝ ਪੈਕਟਸ ਲੋਸਟ ਹੋ ਜਾਂਦੇ ਆ। ਟੋਕਨ ਬਕਟਸ ਅਲਾਉ ਸੇਵਿੰਗ ਅਪ ਟੋਕਨਸ ਟੂ ਸੈਂਡ ਲਾਰਜ ਬਸਟ। ਜੇ ਤੁਸੀਂ ਬਹੁਤ ਜ਼ਿਆਦਾ ਜਿਹੜੇ ਲਾਰਜ ਬਸਟ ਭੇਜਣੀ ਆ, ਬਹੁਤ ਜ਼ਿਆਦਾ ਸਾਰੇ ਜਿਹੜੇ ਨੈਟਵਰਕ ਦੇ ਉੱਪਰ ਤੁਸੀਂ ਬਹੁਤ ਸਾਰੇ ਪੈਕਟਸ ਭੇਜਣੇ ਆ, ਤਾਂ ਟੋਕਨ ਬਕਟ ਕੀ ਕਰਦਾ ਤੁਹਾਡੇ ਨੰਬਰ ਆਫ ਟੋਕਨਸ ਨੂੰ ਪਹਿਲਾਂ ਹੀ ਸੇਵ ਕਰਕੇ ਰੱਖ ਦਿੰਦਾ, ਅਤੇ ਇਹਦੇ ਨਾਲ ਕੀ ਹੈ ਨੰਬਰ ਆਫ ਪੈਕਟਸ ਬੜੇ ਜ਼ਿਆਦਾ ਬਹੁਤ ਸਾਰੇ ਨੰਬਰ ਆਫ ਪੈਕਟਸ ਜਿਹੜੇ ਹੈਗੇ ਸੈਂਡ ਕੀਤੇ ਜਾ ਸਕਦੇ ਆ। ਲੀਕੀ ਬਕਟ ਡਜ਼ ਨਾਟ ਅਲਾਉ ਸੇਵਿੰਗ, ਪਰ ਲੀਕੀ ਬਕਟ ਦੇ ਵਿੱਚ ਤੁਸੀਂ ਸੇਵਿੰਗ ਨਹੀਂ ਕਰ ਸਕਦੇ। ਥੈਂਕਸ।